श्लोक बारे जी ईंधन कीतो मूख ਜਿਹੜਾ ਕੀਤੋ ਤੇ ਮੂੰਹ ਹੈ ਇਹ ਦੋਨੋਂ ਅਲੱਗ-ਅਲੱਗ ਉਚਾਰਨ ਹੋਣੇ ਆ ਜੀ। ਈਂਧਨ ਸ਼ਬਦ ਦੀ ਈੜੀ ਦੀ ਨਾਲ ਨਾਸਕੀ ਧੁਨੀ ਬਿਹਾਰੀ ਨਾਲ ਬਿੰਦੀ ਲੱਗ ਕੇ ਈਂਧਨ ਕੀਤੋ ਮੂੰਹ ਤੇ ਕੀਤੋ ਲੱਗ ਹੈ। ਇਹ ਮਾਨਕੁਸ਼ ਵਾਲੇ ਨੇ ਇਹਦਾ ਲੱਗ ਹੀ ਪਾਠ ਲਿਖਿਆ ਜੀ। ਘਣਾ ਘਣਾ ਮੈਨੇ ਬਹੁਤਾ ਹੋਰੀ ਦਿਤਮ ਭਾ ਇਹਨੂੰ ਭਾਏ ਨਹੀਂ ਉਚਾਰਨ ਕਰਨਾ ਜੀ। ਹਾਏ ਦਾ ਜਿਹੜਾ ਸਿਹਾਰੀ ਹਾਏ ਦੀ ਉਹ ਸਾਇਲੈਂਟ ਹੈ। ਇਸਤਰੀ ਲਿੰਗ ਸ਼ਬਦ ਹੋਣ ਕਰਕੇ। ਹੈਲੋ ਹਾਂਜੀ ਹਾਂਜੀ ਆ ਰਹੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ। ਸਿਗਨਲ ਬਾਰ-ਬਾਰ ਕੱਟ ਰਿਹਾ ਜੀ, ਕੁਝ ਸਿਗਨਲ ਦੀ ਨਾ ਪ੍ਰੋਬਲਮ ਆ ਜੂ। ਥੋੜੇ ਨੈਟਵਰਕ ਪ੍ਰੋਬਲਮ ਹੈ ਤੁਹਾਡੀ। ਹੋਰੀ ਦਿਤਮ ਭਾ ਮਾਨਵ ਸੰਦੜੋ ਸੱਚ ਸ਼ਾਹ। ਇਹਨੂੰ ਸ਼ਾਹੋ ਨਹੀਂ ਪੜ੍ਹਨਾ ਜੀ, ਸ਼ਾਹ ਹੀ ਪੜ੍ਹਨਾ। ਸੱਚੇ ਪੈਰ ਬਿੰਦੀ ਲਾ ਕੇ ਸ਼ਾਹ ਮਾਨਵ ਸੰਦੜੋ ਸੱਚ ਸ਼ਾਹ ਨਾਨਕ हे ਨਾਨਕ। ਇੱਥੇ ਵਿਸ਼ਰਾਮ ਦੇਣਾ ਜੀ। ਹੱਬੇ ਦੁਖੜੇ ਉਲਾ ਇਹਨੂੰ ਉਲਾਹੇ ਨਹੀਂ ਪੜ੍ਹਨਾ ਜਾਂ ਉਲਾਹੇ ਨਹੀਂ ਪੜ੍ਹਨਾ। ਲਾ ਕੇ ਦੂਰ ਕਰਕੇ ਉਤਾਰ ਕੇ ਹੱਬੇ ਦੁਖੜੇ ਉਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਭਾਈ ਸਾਹਿਬ ਜੀ ਕਿੱਕਰ ਸਿੰਘ ਜੀ ਨੇ ਸਾਨੂੰ ਉਚਾਰਨ ਵਿਧੀ ਦੱਸੀ ਹੈ। ਸਾਧ ਸੰਗਤ ਜੀ ਇਹ ਜੈਤਸਰੀ ਦੀ ਵਾਰ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 705 ਤੋਂ ਪ੍ਰਾਰੰਭ ਹੁੰਦੀ ਹੈ। ਇਹਦੇ ਚ ਜਿਤਨੇ ਵੀ ਸ਼ਲੋਕ ਨੇ ਗੁਰੂ ਅਰਜਨ ਸਾਹਿਬ ਜੀ ਦੇ ਵਾਰ ਵੀ ਗੁਰੂ ਅਰਜਨ ਸਾਹਿਬ ਜੀ ਦੀ ਹਰ ਵਾਰ ਦੇ ਹਰ ਪੌੜੀ ਦੇ ਨਾਲ ਦੋ ਦੋ ਸ਼ਲੋਕ ਨੇ। ਔਰ ਇਹਨਾਂ ਦੀ ਬਣਤਰ ਇਹੋ ਜਿਹੀ ਹੈ ਕਿ ਜਿਹੜਾ ਪਹਿਲਾ ਸ਼ਲੋਕ ਹੈ ਹਰੇਕ ਪੌੜੀ ਦੇ ਨਾਲ ਪਹਿਲਾ ਸ਼ਲੋਕ ਜਿਹੜਾ ਉਹ ਉਸ ਵੇਲੇ ਜਿਹੜੀ ਡੇਰਿਆਂ ਵਿੱਚ ਪ੍ਰਕਿਰਤ ਭਾਸ਼ਾ ਚੱਲਦੀ ਸੀ ਉਹਦਾ। ਔਰ ਜਿਹੜਾ ਦੂਸਰਾ ਸ਼ਲੋਕ ਹੈ ਉਹ ਲਹਿੰਦੀ ਪੰਜਾਬੀ 'ਚ। ਸਾਰੀ ਵਾਰ 'ਚ ਇਹੀ ਸਿਸਟਮ ਹੈ। ਜਿਹੜਾ ਦੂਜਾ ਸ਼ਲੋਕ ਹੈ ਲਹਿੰਦੀ ਪੰਜਾਬੀ 'ਚ। ਇਹ ਵੀ ਦੂਜਾ ਸ਼ਲੋਕ ਹੈ ਸ਼ਾਇਦ 6ਵੀਂ ਪੌੜੀ ਹੈ। ਤੋ ਇਹ ਲਹਿੰਦੀ ਪੰਜਾਬੀ 'ਚ ਹੋਣ ਕਰਕੇ ਇਹਦੀ ਜਿਹੜੀ ਵਰਡਿੰਗ ਹੈ ਉਹ ਇਹੋ ਜਿਹੀ ਹੈ। ਲਹਿੰਦੀ ਪੰਜਾਬੀ ਵਿੱਚ ਡੱਡਾ ਦਦੇ ਦੀ ਥਾਂ ਤੇ ਡੱਡਾ, ਜਿਵੇਂ ਦੁਖੜੇ ਨੂੰ ਦੁਖੜੇ ਤੇ ਉਲਾਹਨ ਵਸੰਦੜੋ ਇਹੋ ਜਿਹੇ ਲਫ਼ਜ਼ ਜਿਹੜੇ ਨੇ ਵਰਤੇ ਜਾਂਦੇ। ਤੋ ਲਹਿੰਦੀ ਪੰਜਾਬੀ 'ਚ ਹੋਣ ਕਰਕੇ ਇਹ ਸਾਨੂੰ ਥੋੜਾ ਜਿਹਾ ਵੱਖਰਾ ਜਿਹਾ ਲੱਗਦਾ, ਜਿਸ ਕਰਕੇ ਕਈ ਵਾਰੀ ਉਚਾਰਨ ਕਰਨ ਲੱਗਿਆਂ ਸਾਨੂੰ ਸੋਚਣਾ ਪੈਂਦਾ ਔਰ ਸੋਚਣਾ ਚਾਹੀਦਾ ਵੀ ਹੈ। ਬਾਣੀ ਜਿਹੜੀ ਸ਼ੁੱਧ ਆਪਾਂ ਪੜ੍ਹੀਏ। ਤੋ ਵੀਰ ਜੀ ਨੇ ਸਾਨੂੰ ਬੜੇ ਅੱਛੇ ਤਰੀਕੇ ਕੁਝ ਅੱਖਰ ਜਿਹੜੇ ਵਿਚਾਰੇ ਜਿਵੇਂ ਕਿ ਤੋਂ ਮੂੰਹ ਵੱਖਰਾ ਪੜ੍ਹਨਾ, ਅੱਗੇ ਉਹਨੂੰ ਭਾ ਪੜ੍ਹਨਾ ਕਿਉਂਕਿ ਭਾ ਮਨੇ ਅੱਗ ਹੈ ਤੇ ਅੱਗੇ ਉਲਾਹ। ਤੋ ਇਹ ਆਪ ਜੀ ਦਾ ਧੰਨਵਾਦ ਵੀਰ ਕਿੱਕਰ ਸਿੰਘ ਜੀ। ਮੈਂ ਆਸ ਕਰਦਾ ਸਾਂ ਪ੍ਰੇਮ ਸਿੰਘ ਜੀ ਔਰ ਬਾਕੀ ਸੰਗਤ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ 706 ਹੈ। ਕਿਰਪਾ ਕਰਕੇ ਕਲਾਸ ਤੋਂ ਬਾਅਦ ਜਦ ਸਮਾਂ ਮਿਲੇ ਤਾਂ ਇੱਕ ਵਾਰੀ ਫਿਰ ਦੁਬਾਰਾ ਪੜ੍ਹ ਲੈਣਾ, ਤਾਂ ਕਿ ਜਿਹੜੀ ਗੱਲ ਵੀਰ ਜੀ ਨੇ ਸਮਝਾਈ ਹੈ ਉਹ ਸਾਨੂੰ ਮਨ ਵਿੱਚ ਪੱਕੀ ਹੋ ਜਾਏ ਕਿ ਇਹਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ। ਬਹੁਤ ਬਹੁਤ ਧੰਨਵਾਦ। ਤੋ ਅਗਲਾ ਜੋ ਸ਼ਬਦ ਹੈ ਸ਼ਲੋਕ क्षमा करना सवाल है साध संगत जी। मैं बेनती कर रहा सां कि रामदास सरोवर नहाते ਇਹ ਸ਼ਬਦ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਕੀਰਤਨ ਵਿੱਚ ਆਉਂਦਾ ਹੈ ਤੇ ਕਈ ਵਾਰੀ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰਬਾਣੀ ਲਿਖੀ ਹੈ ਜੀ ਉਹਦੇ 'ਚ ਕਈ ਵਾਰੀ ਤੇ ਕਈ ਉਦਾਹਰਨਾਂ ਦੇ ਕੇ ਜਾਂ ਕਿਸੇ ਦੀ ਉਸ ਵੇਲੇ ਦੀ ਪ੍ਰਚਲਿਤ ਜਿਹੜੀਆਂ ਉੱਥੇ ਦੇ ਕਈ ਦੇਵੀ ਦੇਵਤੇ ਜਾਂ ਹੋਰ ਨਾਮ ਨੇ ਉਹਨਾਂ ਦਾ ਨਾਮ ਵੀ ਲੈ ਕੇ ਗੱਲਾਂ ਕੀਤੀਆਂ ਜਾਂਦੀਆਂ ਤੇ ਉਹਦੇ ਸਾਨੂੰ ਸਿਰਫ ਸੋਚਣਾ ਚਾਹੀਦਾ ਵੀ ਸਾਨੂੰ ਮਹਾਰਾਜ ਨੇ ਮੈਸੇਜ ਕੀ ਕਨਵੇ ਕੀਤਾ, ਅਸੀਂ ਭੁਲੇਖੇ 'ਚ ਨਾ ਪਈਏ। ਤੋ ਕਈ ਵਾਰੀ ਇਸੇ ਤਰ੍ਹਾਂ ਬਹੁਤੀ ਵਾਰੀ ਇਹ ਜਿਹੜਾ ਸ਼ਬਦ ਆਪਾਂ ਹੁਣ ਗੱਲ ਕਰ ਰਹੇ ਰਾਮਦਾਸ ਸਰੋਵਰ ਨਹਾਤੇ, ਇਹਦੇ ਵਾਰੀ ਕਈ ਵਾਰੀ ਵੱਖੋ ਵੱਖਰੇ ਜਿਹੜੇ ਮਨ ਵਿੱਚ ਖਿਆਲ ਆਉਂਦੇ ਨੇ। ਤੋ ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਕਿ ਰਾਮਦਾਸ ਸਰੋਵਰ ਨਹਾਤੇ ਤੋਂ ਕੀ ਭਾਵ ਹੈ। ਭਾਵ ਜਿਹੜਾ ਸਵਾਲ ਹੈ ਸਾ ਕਿਰਪਾਲ ਸਿੰਘ ਜੀ ਦਾ, ਤੇ ਮੇਰਾ ਖਿਆਲ ਹੈ ਵੀ ਸ਼ਾਇਦ ਉਹ ਇਹੀ ਪੁੱਛਣਾ ਚਾਹੁੰਦੇ ਨੇ ਕਿ ਰਾਮਦਾਸ ਸਰੋਵਰ ਦਾ ਮਤਲਬ ਰਾਮਦਾਸ ਦਾ ਸਰੋਵਰ ਹੈ, ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਦਰਬਾਰ ਸਾਹਿਬ ਸਰੋਵਰ ਹੈ ਉਹਦੀ ਗੱਲ ਹੈ ਜਾਂ ਕੋਈ ਹੋਰ ਗੱਲ ਹੈ। ਇਹ ਸਾਨੂੰ ਦੱਸਣਗੇ ਵੀਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 625 ਦੇ ਉੱਤੇ
ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਸ਼ੋਭਤ ਹੈ। ਸਰਲੇਖ ਦੇ ਉੱਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੂਰਠ, ਮਹਿਲਾ ਪੰਜਵਾਂ, ਘਰ ਦੂਜਾ, ਘਰ ਤੀਜਾ, ਦੋ ਪਦੇ। ਭਾਵ ਦੋ ਪਦਿਆਂ ਦਾ ਇੱਥੋਂ ਸੰਗ੍ਰਹਿ ਹੋ ਸ਼ੁਰੂ ਹੈ। ਇਹ ਉੱਗੇ ਸ਼ਬਦ ਸਾਰੇ ਦੋ ਪਦਿਆਂ ਦੇ ਹੋਣਗੇ। ਉੱਤੇ ਮੂਲ ਮੰਤਰ ਦਾ ਸਰੂਪ ਹੈ ਜੋ ਸੰਖੇਪ ਸਰੂਪ ਹੈ। ਇੱਥੋਂ ਸਾਨੂੰ ਇਹ ਵੀ ਥੋੜੀ ਜਿਹੀ ਸਮਝ ਲੈਣੀ ਚਾਹੀਦੀ ਹੈ ਵੀ ਜੇ ਗੁਰੂ ਪਾਤਸ਼ਾਹ ਜੀ ਆਪ ਮੂਲ ਮੰਤਰ ਦੇ ਸਰੂਪ ਨੂੰ ਛੋਟਾ ਕਰਕੇ ਲਿਖ ਸਕਦੇ ਹੈ, ਤਾਂ ਇਸ ਤਰ੍ਹਾਂ ਜੇ ਆਨੰਦ ਸਾਹਿਬ ਦਾ ਪਾਠ ਵੀ ਅਸੀਂ ਕੀਤਾ ਹੈ ਤੇ ਇਹ ਕੋਈ ਉਹਦੇ 'ਚ ਅਸੀਂ ਕੁਤਾਹੀ ਨਹੀਂ ਕੀਤੀ। ਇਹ ਪੰਥਕ ਮਰਿਆਦਾ ਜੇ ਬਣੀ ਹੈ। ਜੇ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਮੂਲ ਮੰਤਰ ਦੇ ਸਰੂਪ ਨੂੰ ਕਿੰਨੀ ਵਾਰੀ ਛੋਟਾ ਕਰਕੇ ਵਰਤਿਆ ਹੈ। ਖਾਸ ਕਰਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਾਂ ਬੇਅੰਤ ਵਾਰੀ ਸਾਨੂੰ ਮਿਲਦਾ ਹੈ, ਜਦ ਕਿ ਇਹ ਪੂਰਾ ਦਾ ਪੂਰਾ ਮੂਲ ਮੰਤਰ ਇਹਦੇ ਵਿੱਚ ਸ਼ਾਮਲ ਹੈ। ਜਿਵੇਂ ਕੜਾਹੀ ਨੂੰ ਅਸੀਂ ਕੁੰਡਿਆਂ ਤੋਂ ਚੁੱਕ ਲਈਏ ਤਾਂ ਸੈਂਟਰ ਵਾਲਾ ਹਿੱਸਾ ਨਾਲ ਚੁੱਕਿਆ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇ ਵਿੱਚ ਸਾਰਾ ਮੂਲ ਮੰਤਰ ਜਿਹੜਾ ਹੈ ਉਹ ਨਾਲ ਆ ਜਾਂਦਾ ਹੈ। ਇੱਥੇ ਜਦੋਂ ਅਸੀਂ ਇਹਦੇ ਸ਼ਬਦ ਦੀ ਜਾਂ ਇਹਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜ੍ਹਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਪੂਰੇ ਹੀ ਉਸ ਮੂਲ ਮੰਤਰ ਦੇ ਸਰੂਪ ਦਾ ਚਿੰਤਨ ਆ ਜਾਣਾ ਚਾਹੀਦਾ ਹੈ। ਆਨੰਦ ਸਾਹਿਬ ਜੀ ਦੀ ਬਾਣੀ ਦਾ ਹੁਣੇ ਅਸੀਂ ਗੱਲ ਕੀਤੀ ਹੈ, ਉਹ ਵੀ ਕੋਈ ਇਸੇ ਸਿਧਾਂਤ ਅਨੁਸਾਰ ਕਿਤੇ ਦਰਜ ਕੀਤੀ ਹੋਏਗੀ, ਪੰਥ ਨੇ ਮਰਿਆਦਾ ਬਣਾ ਕੇ ਜਾਂ ਕਿਸ ਤਰ੍ਹਾਂ। ਲੇਕਿਨ ਜੋ ਇਹਦਾ ਮਤਲਬ ਇਹ ਹੈ ਵੀ ਉਹ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਗੱਲ ਲਿਖੀ ਗਈ ਹੈ ਵੀ ਆਨੰਦ ਸਾਹਿਬ ਦਾ ਪਾਠ ਗੁਰੂ ਸਾਹਿਬ ਦੇ ਮਿਲਾਪ ਦੀ ਖੁਸ਼ੀ ਅਤੇ ਧੰਨਵਾਦ ਲਈ ਕੀਤਾ ਜਾਂਦਾ ਹੈ। ਆਨੰਦ ਸਾਹਿਬ ਦਾ ਪਾਠ ਦਾ ਜਾਂ ਦਾ ਦੇਖਭਾਲ ਜਾਂ ਹੋਰ ਦਾ ਕੋਈ ਸੰਬੰਧ ਨਹੀਂ ਹੈ। ਗੁਰੂ ਸਾਹਿਬ ਦੇ ਮਿਲਾਪ ਦੀ ਖੁਸ਼ੀ ਅਤੇ ਧੰਨਵਾਦ ਲਈ ਉਹ ਪਾਠ ਕੀਤਾ ਜਾਂਦਾ ਹੈ। ਉਹ ਧੰਨਵਾਦ ਪਹਿਲਾਂ 5 ਪੌੜੀਆਂ ਪੜ੍ਹ ਕੇ ਅਖੀਰਲੀ ਪੌੜੀ ਪੜ੍ਹ ਕੇ ਭਾਵ ਇਹ ਹੈ ਵੀ ਪੂਰੇ ਆਨੰਦ ਸਾਹਿਬ ਦਾ ਜੋ ਮੂਲ ਭਾਵ ਹੈ ਸਾਡੇ ਦਿਮਾਗ ਵਿੱਚ ਘੁੰਮਣਾ ਚਾਹੀਦਾ। ਖੈਰ, ਇਸੇ ਤਰ੍ਹਾਂ ਹੀ ਇਹ ਜਿਹੜਾ ਸ਼ਬਦ ਹੈ ਇਹ ਸਮਝਣ ਦੇ ਲਈ ਸਾਨੂੰ ਇਹਦਾ ਰਹਾਉ ਦਾ ਅੰਕ ਜਿਹੜਾ ਹੈ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜਦ ਤੱਕ ਅਸੀਂ ਸ਼ਬਦ ਦੇ ਰਹਾਉ ਦੇ ਅੰਕ ਦੀ ਪਹਿਲਾ ਵਿਚਾਰ ਜਾਂ ਸਮਝ ਨਹੀਂ ਕਰਦੇ, ਉਦੋਂ ਤੱਕ ਸਾਨੂੰ ਸ਼ਬਦ ਦੇ ਕੇਂਦਰੀ ਭਾਵ ਦੀ ਸਮਝ ਨਹੀਂ ਆ ਸਕਦੀ। ਇਸ ਸ਼ਬਦ ਦੇ ਵਿੱਚ ਜਿਹੜਾ ਰਹਾਉ ਦਾ ਅੰਕ ਹੈ, ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਇਹ ਰਹਾਉ ਦਾ ਅੰਕ ਹੈ, ਜਿਹਦਾ ਅਰਥ ਹੈ ਸਭ ਦਾ ਅਰਥ ਹੈ ਸਾਰੇ, ਕੁਸ਼ਲ ਖੁਸ਼ੀਆਂ ਸੁੱਖ, ਖੇਮ ਦਾ ਅਰਥ ਹੁੰਦਾ ਹੈ ਆਨੰਦ, ਪ੍ਰਭ ਦਾ ਸਿਹਾਰੀ ਹੈ ਭੱਬੇ ਨੂੰ, ਉਹਦਾ ਪ੍ਰਭੂ ਨੇ, ਪਰਮੇਸ਼ਰ ਨੇ, ਪਰਮਾਤਮਾ ਨੇ। ਧਾਰੇ ਦਾ ਅਰਥ ਹੁੰਦਾ ਹੈ, ਧਾਰੇ ਦਾ ਅਰਥ ਜੋ ਅਸੀਂ ਕਰਦੇ ਹਾਂ ਉਹ ਟਿਕਾ ਦੇਣਾ, ਪਰਮੇਸ਼ਰ ਨੇ ਟਿਕਾ ਦਿੱਤੇ ਨੇ। ਸਭ ਥੋਕ ਦਾ ਅਰਥ ਹੈ ਵੀ ਸਾਰੇ ਆਤਮਿਕ ਗੁਣ, ਸਾਰੇ ਆਤਮਿਕ ਜਿਹੜੇ ਗੁਣ ਨੇ। ਗੁਰ ਕਾ ਸ਼ਬਦ ਵਿਚਾਰੇ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ। ਤੋ ਇਹਦਾ ਅਰਥ ਇਹ ਕੀ ਹੋਇਆ? ਅਰਥ ਭਾਵ ਇਹ ਹੋਇਆ ਵੀ ਜਿਸ ਮਨੁੱਖ ਨੇ, ਇਹ ਭਾਈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ ਆਤਮਿਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਠੀਕ ਠਾਕ ਬਚਾ ਲਏ ਹਨ, ਜਿਹਨੇ ਆਪਣੇ ਸਾਰੇ ਗੁਣ ਆਤਮਿਕ ਜੀਵਨ ਦੇ ਬਚਾ ਲਏ ਹਨ, ਪ੍ਰਭੂ ਨੇ ਉਸ ਦੇ ਹਿਰਦੇ ਵਿੱਚ ਸਾਰੇ ਆਤਮਿਕ ਸੁੱਖ ਆਨੰਦ ਪੈਦਾ ਕਰ ਦਿੱਤੇ ਹਨ। ਤੋ ਇਹ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇਹ ਹੈ। ਹੁਣ ਇਹ ਸਵਾਲ ਪੈਦਾ ਹੋ ਗਿਆ ਵੀ ਉਹ ਆਤਮਿਕ ਸੁੱਖ ਜਿਹੜੇ ਗੁਣ ਸਨ ਉਹ ਕਿਵੇਂ ਬਚਣਗੇ? ਉਹਦਾ ਵਿਆਖਿਆ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਹਿਲੇ ਅੰਕਾਂ ਦੇ ਵਿੱਚ ਕੀਤੀ ਹੈ। ਉਹ ਹੈ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਤੋ ਰਾਮਦਾਸ ਦਾ ਜਿਹੜਾ ਇੱਥੇ ਅਰਥ ਹੈ ਉਹ ਹੈ ਰਾਮਦਾਸ, ਰਾਮ ਦੇ ਦਾਸ। ਰਾਮਦਾਸ ਸਰੋਵਰ ਦੇ ਸਿਹਾਰੀ ਹੈ, ਰਾਰੇ ਨੂੰ ਰਾਮਦਾਸ, ਰਾਮ ਦੇ ਦਾਸਾਂ ਦੇ ਸਰੋਵਰ ਵਿੱਚ, ਭਾਵ ਸਾਧ ਸੰਗਤ ਵਿੱਚ, ਭਾਵ ਸਾਧ ਸੰਗਤ ਦੇ ਵਿੱਚ ਦਾ ਸਰੋਵਰ, ਜਿਹਨੂੰ ਸਾਧ ਸੰਗਤ ਦਾ ਸਰੋਵਰ ਅਸੀਂ ਕਹਿੰਦੇ ਹਾਂ, ਜਿੱਥੇ ਨਾਮ ਰੂਪੀ ਜਲ ਦਾ ਪ੍ਰਵਾਹ ਚੱਲਦਾ ਹੈ। ਇੱਥੇ ਜਿਹੜਾ ਜ਼ਿਕਰ ਆਇਆ ਉਹ ਆਇਆ ਵੀ ਜਿਸ ਵੀ ਮਨੁੱਖ ਨੇ, ਜਿਸ ਵੀ ਵਿਅਕਤੀ ਨੇ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਨਾਮ ਰੂਪੀ ਅੰਮ੍ਰਿਤ ਨਾਲ ਇਸ਼ਨਾਨ ਕੀਤਾ ਹੈ, ਜਾਂ ਜਿਸਨੇ ਜੋ ਇਸ਼ਨਾਨ ਕਰਦੇ ਹਨ ਉਹਨਾਂ ਦੇ ਸਾਰੇ ਪਾਪ ਜਿਹੜੇ ਹਨ ਸਭ ਉਤਰੇ ਪਾਪ ਕਮਾਤੇ, ਭਾਵ ਉਹਨਾਂ ਦੇ
ਪਾਪ ਉਤਰਦੇ ਹਨ, ਚੇਂਜ ਆ ਜਾਂਦੀ ਹੈ। ਚੇਂਜ ਜਦੋਂ ਅਸੀਂ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਹਾਂ, ਸੱਚਮੁੱਚ ਜੁੜਦੇ ਹਾਂ, ਦਿਖਾਵੇ ਲਈ ਨਹੀਂ, ਅੰਦਰ ਚੇਂਜ ਆਉਂਦੀ ਹੈ, ਤਾਂ ਸੁਭਾਅ ਬਦਲਦੇ ਨੇ, ਸਾਡੇ ਵਿਚਾਰ ਬਦਲਦੇ ਨੇ, ਸਾਡੇ ਅੰਦਰ ਰੱਬੀ ਗੁਣਾਂ ਦਾ ਵਾਸਾ ਹੁੰਦਾ ਹੈ, ਦੈਵੀ ਗੁਣ ਜਿਹਨਾਂ ਨੂੰ ਅਸੀਂ ਕਹਿੰਦੇ ਉਹਨਾਂ ਦਾ ਵਾਸਾ ਹੁੰਦਾ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਨੇ ਇਹ ਖਤਮ ਹੋਏ ਜਾਂਦੇ ਨੇ। ਆਤਮਿਕ ਗੁਣਾਂ ਦਾ ਖਜ਼ਾਨਾ ਜਿਹੜਾ ਸਾਨੂੰ ਪਰਮੇਸ਼ਰ ਨੇ ਦੇ ਕੇ ਭੇਜਿਆ, ਉਹਨੂੰ ਬਚਣ ਦਾ ਢੰਗ ਕੀ ਹੈ? ਉਹ ਢੰਗ ਹੈ ਰਾਮ ਦੇ ਦਾਸਾਂ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ। ਸਭ ਉਤਰੇ, ਪਾਪ ਕਮਾਤੇ ਦੀ ਗੱਲ ਆ ਗਈ। ਤੇ ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੈ ਕਿੰਨੇ ਦਾਨਾ। ਹੁਣ ਗੁਰੂ ਪਾਤਸ਼ਾਹ ਜੀ ਨੇ ਫਿਰ ਸਾਨੂੰ ਇਹ ਗੱਲ ਸਮਝਾ ਦਿੱਤੀ ਵੀ ਇਸ ਹਰੀ ਰੂਪੀ ਨਾਮ ਜਲ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਨਿਰਮਲ ਹੋਏ ਕਰ ਇਸ਼ਨਾਨ, ਕਿੱਥੇ ਇਸ਼ਨਾਨ ਕੀਤਾ? ਹਰੀ ਰੂਪੀ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਬੈਠ ਕੇ ਜਦੋਂ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਨੇ, ਉਹ ਆਤਮਿਕ ਇਸ਼ਨਾਨ ਹੋਇਆ। ਸਰੀਰਕ ਇਸ਼ਨਾਨ ਦੀ ਗੱਲ ਨਹੀਂ ਹੈ ਇੱਥੇ, ਆਤਮਿਕ ਇਸ਼ਨਾਨ ਦੀ ਗੱਲ ਹੈ, ਅੰਦਰ ਦੇ ਇਸ਼ਨਾਨ ਦੀ ਗੱਲ ਹੈ। ਜਿਵੇਂ ਜਿਵੇਂ ਬੰਦਾ ਅੰਦਰੋਂ ਬਾਣੀ ਦੇ ਨਾਲ ਆਪਣੇ ਔਗਣਾਂ ਨੂੰ ਧੋਂਦਾ ਜਾਂਦਾ ਹੈ, ਅੰਦਰ ਪਵਿੱਤਰ ਹੁੰਦਾ ਜਾਂਦਾ ਹੈ, ਸੁਥਰਾ ਹੁੰਦਾ ਜਾਂਦਾ ਹੈ, ਸਾਫ ਸੁਥਰਾ ਹੁੰਦਾ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਅੰਦਰ ਸਾਫ਼ ਕਰਨ ਦੀ ਗੱਲ ਸਮਝਾ ਰਹੇ ਕਿ ਉਹਨਾਂ ਦੇ ਅੰਦਰ ਜਿਹੜੀ ਚੇਂਜ ਆਉਂਦੀ ਹੈ, ਅੰਦਰ ਪਵਿੱਤਰ ਹੋ ਜਾਂਦਾ ਹੈ। ਤੇ ਕਹਿੰਦੇ ਇਹ ਗੁਰਪੂਰ ਹੈ ਕਿੰਨੇ ਦਿਨ, ਇਹ ਬਖਸ਼ਿਸ਼ ਸਾਨੂੰ ਗੁਰੇ ਪੂਰ ਨੇ ਆਪ ਕੀਤੀ ਹੈ। ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ, ਗੁਰੂ ਦੇ ਬਾਣੀ ਨਾਲ ਜੁੜਦੇ ਹਾਂ, ਤੇ ਤਿਵੇਂ ਤਿਵੇਂ ਗੁਰੂ ਬਖਸ਼ਾ ਵੀ ਸਾਡੇ ਉੱਤੇ ਕਰਦਾ ਜਾਂਦਾ ਹੈ। ਹੁਣ ਸਵਾਲ ਇਹ ਹੋ ਗਿਆ, ਅਗਲਾ ਜਿਹੜਾ ਕੁਐਸਚਨ ਸੀ ਵੀ ਇਹ ਆਮ ਤੌਰ ਤੇ ਪੰਚਮ ਪਾਤਸ਼ਾਹ ਜੀ ਦਾ ਇਹ ਉਚਾਰਨ ਕਿਹੜਾ ਸ਼ਬਦ ਹੈ, ਇਹਦੇ ਅਰਥ ਕਰਨ ਵਿੱਚ ਜਾਂ ਸਮਝਣ ਵਿੱਚ ਅਸੀਂ ਉਕਾਈ ਖਾਂਦੇ ਹਾਂ। ਅਸੀਂ ਇਹ ਸਮਝ ਲੈਂਦੇ ਹਾਂ, ਜਾਂ ਸਾਡੇ ਕੁਝ ਵਿਚਾਰਵਾਨ ਜਾਂ ਕੀਰਤਨੀਏ ਸਿੰਘ ਇਹ ਸਮਝ ਲੈਂਦੇ ਨੇ ਵੀ ਇੱਥੇ ਅੰਮ੍ਰਿਤਸਰ ਸਰੋਵਰ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਹੈ, ਜਿਹਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਬਣਵਾਇਆ ਸੀ। ਇੱਥੇ ਉਹਦੇ ਚ ਇਸ਼ਨਾਨ ਕਰਨ ਦਾ ਜ਼ਿਕਰ ਹੈ। ਸਰੋਵਰਾਂ ਦੀ ਆਪਣੀ ਮਹਾਨਤਾ ਹੈ, ਉਹ ਅਲੱਗ ਇਸ਼ੂ ਹੈ, ਉਹਦੇ ਨਾਲ ਕੋਈ ਕਿੰਤੂ ਪਰੰਤੂ ਨਹੀਂ ਹੈ, ਉਹਨਾਂ ਦੀ ਕੋਈ ਮਹਾਨਤਾ ਨਹੀਂ। ਆਮ ਤੌਰ ਤੇ ਸਾਡੇ ਕੁਝ ਇਹੋ ਜਿਹੇ ਵਿਦਵਾਨ ਵੀ ਨੇ ਜਿਹੜੇ ਲਫ਼ਜ਼ ਬੜੇ ਗਲਤ ਵਰਤ ਲੈਂਦੇ ਆ, ਜਿਹੜੇ ਇਹ ਕਹਿ ਦਿੰਦੇ ਆ ਵੀ ਇਹ ਤਾਂ ਪਾਣੀ ਜਿਹੜਾ ਨਦੀ ਤੋਂ ਆਉਂਦਾ ਹੈ, ਉੱਥੇ ਨਹਿਰਾਂ ਦਾ ਪਾਣੀ ਹੈ, ਫਲਾਣਾ ਪਾਣੀ ਹੈ, ਇਸ ਤਰ੍ਹਾਂ ਦੇ ਲਫ਼ਜ਼ ਵੀ ਜਿਹੜੇ ਨੇ ਉਹ ਵਰਤੇ ਜਾਂਦੇ ਨੇ ਕੁਝ ਵਿਦਵਾਨਾਂ ਵੱਲੋਂ। ਮੈਂ ਬੇਨਤੀ ਕਰਦਿਆਂ ਵੀ ਇਹ ਲਫ਼ਜ਼ ਵਰਤਣਾ ਇਹ ਕੋਈ ਸਾਡੇ ਲਈ ਜਾਇਜ਼ ਨਹੀਂ ਹਨ, ਕਿਉਂਕਿ ਕੇਂਦਰੀ ਸਥਾਨ ਹੈ ਸਾਡਾ, ਗੁਰੂ ਸਾਹਿਬ ਜੀ ਨੇ ਜੇ ਬਣਵਾਏ ਹਨ, ਉਸ ਵੇਲੇ ਜ਼ਰੂਰਤ ਸੀ ਉਹਨਾਂ ਦੀ, ਅੱਜ ਵੀ ਜ਼ਰੂਰਤ ਹੈ। ਤੇ ਇਹਨਾਂ ਅੰਮ੍ਰਿਤ ਸਰੋਵਰ ਦੀ ਨੂੰ ਪੂਰਿਆ ਗਿਆ ਤਾਂ ਗੁਰੂ ਕੇ ਸਿੱਖਾਂ ਨੇ ਉਹਨੂੰ ਸਾਫ਼ ਵੀ ਉਹਦੇ ਕੋਲੋਂ ਕਰਵਾਇਆ ਹੈ। ਉਹਦੀ ਆਪਣੀ ਮਹਾਨਤਾ ਹੈ, ਅਲੱਗ ਇਸ਼ੂ ਹੈ, ਇਤਿਹਾਸਕ ਹਿਸਟਰੀ ਦੀ ਆਪਣੀ ਮਹਾਨਤਾ ਹੁੰਦੀ ਹੈ। ਪਰ ਇੱਥੇ ਜਿਹੜਾ ਸ਼ਬਦ ਗੁਰੂ ਪਾਤਸ਼ਾਹ ਸਾਨੂੰ ਵਰਤਿਆ ਹੈ, ਉਹ ਬੜੇ ਡੀਪਲੀ ਗੱਲ ਸਾਨੂੰ ਸਮਝਾਈ ਹੈ ਵੀ ਹਰੀ ਦੇ ਦਾਸਾਂ ਦਾ ਸਰੋਵਰ ਜਿਹੜਾ ਹੈ। ਤੋ ਇਸ ਸ਼ਬਦ ਦਾ ਕੀਰਤਨ ਵੀ ਦੇਖੋ, ਕਈ ਵਾਰੀ ਤੁਸੀਂ ਦਰਬਾਰ ਸਾਹਿਬ ਤੇ ਅਸੀਂ ਆਮ ਹੀ ਸੁਣਦੇ ਆ, ਔਰ ਸਾਡਾ ਧਿਆਨ ਸਾਰਾ ਉਸੇ ਸਰੋਵਰ ਵੱਲ ਚਲਾ ਜਾਂਦਾ, ਜਿਹੜਾ ਸਰੋਵਰ ਦਰਬਾਰ ਸਾਹਿਬ ਦੇ ਨਾਲ ਜਿਹਦੇ ਵੀ ਦਰਬਾਰ ਸਾਹਿਬ ਬਣਿਆ ਹੋਇਆ, ਜਾਂ ਉਹ ਕਹਿ ਲਈਏ ਜਿਹਦੇ ਵਿੱਚ ਦਰਬਾਰ ਸਾਹਿਬ ਬਣਿਆ ਹੋਇਆ, ਤੇ ਵਿਸ਼ਵਾਸ ਵੀ ਇਹ ਬਣ ਜਾਂਦਾ ਵੀ ਇਸ ਸਰੋਵਰ ਦੇ ਵਿੱਚ ਨਹਾਉਣ ਦੇ ਨਾਲ ਸਾਰੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, ਪ੍ਰਕਾਸ਼ ਤੋਂ ਪਹਿਲਾਂ, ਇਸ ਭਾਰਤ ਦੀ ਧਰਤੀ ਦੇ ਕਰਮ ਕਾਂਡਾਂ ਦਾ ਇੱਕ ਜਾਲ ਜਿਹਾ ਵਿਛਿਆ ਹੋਇਆ ਸੀ। ਗੁਰੂ ਜੀ ਨੇ ਮਨੁੱਖਤਾ ਨੂੰ ਕੱਢਣ ਲਈ ਲੰਬੇ ਪ੍ਰਚਾਰਕ ਦੌਰੇ ਕੀਤੇ, ਉਦਾਸੀਆਂ ਕੀਤੀਆਂ, ਜਦੋਂ ਅਸੀਂ ਉਦਾਸੀਆਂ ਕਰਨੇ, ਤੇ ਹਰ ਥਾਂ ਤੇ ਜਾ ਕੇ ਇਹਨਾਂ ਕਰਮ ਕਾਂਡਾਂ ਚੋਂ ਕੱਢ ਕੇ ਗੁਰੂ ਪਾਤਸ਼ਾਹ ਜੀ ਨੇ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਜਿੱਥੇ ਜਾਂਦੇ ਉਹਨਾਂ ਨੂੰ ਕਰਮ ਕਾਂਡਾਂ ਨੂੰ ਛੱਡ ਕੇ, ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਨੂੰ ਛੱਡ ਕੇ, ਤੀਰਥਾਂ ਦੇ ਇਸ਼ਨਾਨ ਛੱਡ ਕੇ ਇਹੋ ਹੀ ਸਮਝਾਉਂਦੇ ਵੀ ਇਹਨਾਂ ਵਿੱਚ ਮੁਕਤੀ ਨਹੀਂ ਹੈ, ਇਹਨਾਂ ਨਾਲ ਰੱਬ ਦੀ ਦਰਗਾਹ ਵਿੱਚ ਇਹ ਛੁਟਕਾਰਾ ਨਹੀਂ ਹੋ ਸਕਦਾ। ਰੱਬ ਦੇ ਦਰਗਾਹ ਵਿੱਚ ਛੁੱਟਣ ਦਾ ਇੱਕੋ ਢੰਗ ਹੈ, ਉਹਦੀ ਇੱਕ ਓੰਕਾਰ, ਉਹਦੀ ਸ਼ਿਵ ਸਲਾਹ ਦੇ ਨਾਲ ਜੁੜਨਾ, ਉਹਦੇ ਗੁਣਾਂ ਦੇ ਨਾਲ ਸਾਂਝ ਪਾਉਣੀ, ਉਹਦੇ ਨਾਲ ਜੁੜਨਾ। ਜਿੱਥੇ ਜਿੱਥੇ ਜਾਂਦੇ ਮਹਾਰਾਜ ਉੱਥੇ ਸੰਗਤਾਂ ਕਾਇਮ ਕਰਦੇ, ਸਤਿਗੁਰੂ ਨੇ ਉੱਥੇ ਸੰਗਤਾਂ ਕਾਇਮ ਕੀਤੀਆਂ, ਤੇ ਸੰਗਤਾਂ ਦਾ ਹੀ ਅੱਗੇ ਗੁਰੂ ਸਾਹਿਬ ਜੀ ਧਰਮ ਦੇ ਪ੍ਰਚਾਰਕ ਵੀ ਥਾਪੇ। ਸਭ ਤੋਂ ਉੱਚੀ ਸੁੱਚੀ ਗੁਰਬਾਣੀ ਨੂੰ ਨਿਤਾ ਪ੍ਰਤੀ ਗਾਉਣ ਦੀ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ, ਔਰ ਇਹ ਵੀ ਗੱਲ ਸਮਝਾਈ ਹੈ ਕਿ ਅਸਲੀ ਤੀਰਥ ਦਾ ਇਸ਼ਨਾਨ ਕਿਹੜਾ ਹੈ, ਉਹ ਗੁਰੂ ਪਾਤਸ਼ਾਹ ਨੇ ਸਾਨੂੰ ਜਪ ਦੀ ਬਾਣੀ ਦੇ ਵਿੱਚ ਵੀ ਸਮਝਾ ਦਿੱਤੀ। ਮੈਂ ਬਹੁਤੇ ਪ੍ਰਮਾਣ ਦੇ ਕੇ ਕੋਈ ਜ਼ਿਕਰ ਨਹੀਂ ਕਰਾਂਗਾ, ਕਿਉਂਕਿ ਸਾਰੇ ਉਹਦੀ ਵਿਚਾਰ ਕਰ ਲਈ ਹੈ। ਤੋ ਇਹ ਸਾਰੀ ਗੱਲ ਸਾਨੂੰ ਸਮਝਾਈ ਹੈ ਵੀ ਜੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਨੇ ਇਹ ਸਾਰੇ ਇਸੇ ਸੰਦੇਸ਼ ਨੂੰ ਲੁਕਾਈ ਤੱਕ ਪਹੁੰਚਾਇਆ ਵੀ
ਕੇਵਲ ਬਾਹਰੀ ਕਰਮ ਕਾਂਡ ਦੇ ਨਾਲ ਜਾਂ ਬਾਹਰੀ ਕਿਰਿਆ ਕਰਨ ਦੇ ਨਾਲ ਆਤਮਿਕ ਜੀਵਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਆਤਮਿਕ ਜੀਵਨ ਦੀ ਪਵਿੱਤਰਤਾ ਲਈ ਵਾਹਿਗੁਰੂ ਦੀ ਯਾਦ ਸਭ ਉਹਦੇ ਰਾਮ ਦੇ ਦਾਸਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਜਿਹੜਾ ਹੈ ਉਹ ਕਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਕੋਈ ਬਹੁਤ ਸਾਰੇ ਲਫ਼ਜ਼ ਜਿਹੜੇ ਗੁਰਬਾਣੀ ਦੇ ਵਿੱਚ ਆਏ ਹਨ, ਜਿਨ੍ਹਾਂ ਨੂੰ ਰਾਮਦਾਸਪੁਰ, ਅੰਮ੍ਰਿਤਸਰ ਜਾਂ ਹੋਰ ਸ਼ਬਦ ਨੇ ਜਿੱਤਿਆਂ ਦੇ ਅਰਥਾਂ ਕਰਨ ਲੱਗਿਆ ਅਸੀਂ ਭੁਲੇਖੇ ਖਾ ਜਾਂਦੇ ਹਾਂ। ਪਰ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਅਸੀਂ ਦੇਖੋ ਹੁੰਦਾ ਕੀ ਹੈ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਸਾਡੀ ਜਾਣਾ ਵੀ ਚਾਹੀਦਾ। ਮੈਂ ਬਾਰ-ਬਾਰ ਕਹਿ ਰਿਹਾ ਕਿ ਕੇਂਦਰੀ ਸਥਾਨਾਂ ਨਾਲ ਕਦੀ ਆਪਣਾ ਸੰਬੰਧ ਨਹੀਂ ਤੋੜਨਾ ਚਾਹੀਦਾ। ਭਾਵੇਂ ਅਸੀਂ ਵਿਦੇਸ਼ ਵਿੱਚ ਬੈਠੇ ਹੋਈਏ, ਜਦੋਂ ਵੀ ਜਾਣ ਦਾ ਮੌਕਾ ਮਿਲੇ ਜਾਂ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਸਾਡੇ ਕੇਂਦਰੀ ਸਥਾਨ ਹਨ। ਕੇਸਗੜ੍ਹ ਸਾਹਿਬ ਦਾ ਤਖਤ ਸਾਹਿਬ ਹੈ, ਦਰਬਾਰ ਸਾਹਿਬ ਹੈ ਸਾਡਾ, ਜਿਹੜਾ ਕੇਂਦਰੀ ਸਥਾਨ ਹਨ, ਇਹਨਾਂ ਦੇ ਦਰਸ਼ਨ ਦਿਦਾਰੇ ਜ਼ਰੂਰੀ ਹਨ ਤਾਂ ਕਿ ਇੱਥੋਂ ਸਾਨੂੰ ਆਪਣੇ ਵਿਰਸੇ ਦੀ ਸਮਝ ਆਵੇ। ਪਰ ਕੇਵਲ ਦਰਸ਼ਨ ਦਿਦਾਰੇ ਤੋਂ ਬਾਅਦ ਅਸੀਂ ਇਹ ਸਮਝ ਲਈਏ ਵੀ ਅਸੀਂ ਹੁਣ ਬਸ ਇਸ਼ਨਾਨ ਕਰ ਰਹੇ ਤੇ ਸਾਡਾ ਕੰਮ ਹੋ ਗਿਆ, ਬੌਲੀ 'ਚ ਇਸ਼ਨਾਨ ਕਰ ਲਿਆ ਤੇ 84 ਕੱਟੀ ਗਈ, ਇੱਥੇ ਇਸ਼ਨਾਨ ਕਰ ਲਿਆ ਤਾਂ ਸਾਡੇ ਅੰਦਰ ਦੀ ਪਵਿੱਤਰਤਾ ਹੋ ਗਈ, ਇਹ ਨਹੀਂ ਹੈ। ਕਿੰਨੇ ਕਿ ਸਾਡੇ ਵਿੱਚੋਂ ਸਰੀਰ ਨੇ ਜਿਹੜੇ ਦਰਬਾਰ ਸਾਹਿਬ 'ਚ ਜਾਂਦੇ ਨੇ, ਜਾ ਕੇ ਕਿਸੇ ਨੇ ਇਹ ਦੱਸਿਆ ਹੋਵੇ ਆ ਕੇ ਉੱਥੇ ਕੀਰਤਨ ਕਿਹੜਾ ਚੱਲ ਰਿਹਾ ਸੀ, ਕਿਹੜਾ ਸ਼ਬਦ ਅੱਜ ਉੱਥੇ ਸੁਣਿਆ ਸੀ, ਕਿਹੜੇ ਸ਼ਬਦ ਦੀ ਵਿਚਾਰ ਉੱਥੇ ਹੋਈ ਸੀ, ਕਿੰਨੇ ਕਿ ਸਾਡੇ ਵਿੱਚੋਂ ਨੇ। ਮੇਰਾ ਖਿਆਲ ਹੈ ਐਵੇਂ ਉਂਗਲਾਂ ਤੇ ਅਸੀਂ ਗਿਣ ਸਕਦੇ ਹਾਂ ਜਿਹਨੇ ਜਾ ਕੇ ਉੱਥੇ ਕਦੀ ਬੈਠ ਕੇ ਕੀਰਤਨ ਸੁਣਿਆ ਹੋਵੇ ਜਾਂ ਜਾ ਕੇ ਉਹਨੇ ਆ ਕੇ ਸ਼ਬਦ ਨੂੰ ਆ ਕੇ ਦੇਖ ਲਿਆ ਹੋਵੇ। ਅਸੀਂ ਇਹ ਬੱਚਿਆਂ ਨੂੰ ਦੱਸਣਾ, ਆਪਣਾ ਵਿਰਸਾ ਦੱਸਣਾ ਵੀ ਇਹ ਕਿਉਂ ਬਣਿਆ ਸੀ, ਕਿਸ ਢੰਗ ਨਾਲ ਬਣਿਆ ਸੀ, ਸਾਹਮਣੇ ਅਕਾਲ ਤਖਤ ਸਾਹਿਬ ਕਿਉਂ ਬਣਾਇਆ ਗਿਆ, ਇਸ ਦੀ ਕੀ ਜ਼ਰੂਰਤ ਸੀ, ਅੱਜ ਉਹਦੀ ਕੀ ਮਹਾਨਤਾ ਹੈ। ਇਹਨਾਂ ਚੀਜ਼ਾਂ ਦੀ ਮਹਾਨਤਾ ਹੈ ਸਾਡੇ ਲਈ, ਲੇਕਿਨ ਅਸੀਂ ਅਰਥ ਕਰਨ ਲੱਗਿਆਂ ਇਹ ਸ਼ਰਧਾ ਤੇ ਗਿਆਨ ਦੋ ਚੀਜ਼ਾਂ ਦਾ ਪੱਖ ਆਪਣੇ ਸਾਹਮਣੇ ਜ਼ਰੂਰ ਰੱਖਣਾ ਹੈ। ਗਿਆਨ ਤੇ ਸ਼ਰਧਾ ਜਦੋਂ ਰਲ ਕੇ ਹੋਏਗੀ ਉਦੋਂ ਅਸੀਂ ਆਤਮਿਕ ਉਡਾਰੀਆਂ ਲਾ ਸਕਦੇ ਹਾਂ। ਜੇ ਇਕੱਲੀ ਸ਼ਰਧਾ ਹੋਏਗੀ ਤੇ ਕਰਮਕਾਂਡ ਹੋਣਗੇ, ਇਕੱਲਾ ਗਿਆਨ ਹੋਏਗਾ ਤੇ ਹਉਮੈ ਅੰਦਰ ਪੈਦਾ ਹੋਏਗੀ। ਗਿਆਨ ਇਹ ਕਹਿੰਦਾ ਹੈ ਕਿ ਇਹ ਸ਼ਬਦ ਦੇ ਅਰਥ ਜਿਹੜੇ ਹਨ ਰਾਮਦਾਸ ਸਤਸੰਗਤ ਦੇ ਸਰੋਵਰ ਹਨ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਹੋਰ ਵਿਚਾਰ ਦੇਣੇ ਹੋਣ ਆਪ ਦੇ ਸਕਦੇ ਹੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਦਾਸ ਜੋ ਇੱਥੇ ਸ਼ਬਦ ਵਰਤਿਆ ਉਹ ਰਾਮ ਦੇ ਦਾਸਾਂ ਸੰਗਤ ਲਈ ਸੱਸਾ ਹੈ ਵੀ ਮੁਕਤ ਹੈ। ਤੋ ਵੀਰ ਹਰਜੀਤ ਸਿੰਘ ਜੀ ਨੇ ਡਿਟੇਲ 'ਚ ਦੱਸਿਆ, ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਸਾਨੂੰ ਕੋਈ ਵੀ ਸ਼ਬਦ ਜਿਹੜਾ ਹੈ ਉਹ ਪੜ੍ਹਨ ਲੱਗਿਆ, ਸਮਝਣ ਲੱਗਿਆ, ਉਹਦਾ ਪ੍ਰਕਰਣ ਸਮਝਣਾ ਬੜਾ ਜ਼ਰੂਰੀ ਹੈ ਵੀ ਕਿਸ ਪ੍ਰਕਰਣ ਵਿੱਚ ਲਿਖੇ। ਤੇ ਇਹ ਵੀਰ ਜੀ ਤੇ ਖੋਲ ਕੇ ਦੱਸ ਦਿੱਤਾ ਤੇ ਆਪਾਂ ਹਰ ਅੱਖਰ ਲਈ, ਹਰ ਸ਼ਬਦ ਲਈ ਜਿਹੜਾ ਉਹ ਸਾਨੂੰ ਇਹ ਸੋਝੀ ਜ਼ਰੂਰ ਹੋਣੀ ਚਾਹੀਦੀ ਹੈ ਵੀ ਕਿਸ ਪਰਥਾਏ ਵਰਤਿਆ ਔਰ ਉਹਦੇ ਉੱਥੇ ਅਰਥ ਕੀ ਬਣਦੇ। ਇੱਕੋ ਹੀ ਅੱਖਰ ਜਿਹੜੇ ਵੱਖੋ ਵੱਖਰੇ ਜਿਹੜੇ ਨੇ ਅਰਥ ਜਿਹੜੇ ਨੇ ਬਣ ਜਾਂਦੇ ਨੇ। ਧੰਨਵਾਦ ਜੀ। ਸਮਾਂ ਬਹੁਤ ਹੋ ਗਿਆ ਹੈ, ਸ਼ਬਦ ਸਵਾਲ ਸਾਡੇ ਕੋਲ ਰਹਿ ਗਏ ਨੇ, ਉਹ ਅਗਲੇ ਹਫਤੇ ਲਵਾਂਗੇ। ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਇੱਕ ਇਨਪੁਟ ਦਿੱਤੀ ਹੈ, ਹੁਣ ਜਗੀਰ ਸਿੰਘ ਜੀ ਨੇ ਜਿਹੜਾ ਅਗਮ ਤੇ ਅਗਮ ਲਫ਼ਜ਼ ਜਿਹੜਾ ਉਹਦੀ ਵੱਖੋ ਵੱਖ ਵਰਤੋਂ ਦੀ ਗੱਲ ਦੱਸੀ ਹੈ, ਤਾਂ ਬੜੀ ਕੀਮਤੀ ਇਨਪੁਟ ਆਈ ਹੈ ਕਿ ਅਗਮ ਸਕ੍ਰਿਪਚਰ ਜਿਹੜੀਆਂ ਨੇ ਜੈਨ ਮਤ ਦੇ ਗ੍ਰੰਥ ਹਨ ਜੋ ਜੈਨ ਦਰਸ਼ਨ ਦਾ ਆਧਾਰ ਮੰਨੇ ਜਾਂਦੇ ਹਨ। ਤੋ ਇਹ ਵੀ ਆਪਾਂ ਨਾਲ ਆਪਣੇ ਉਹਦੇ ਵਿੱਚ ਐਡ ਕਰ ਲਈਏ, ਵਾਧਾ ਕਰ ਲਈਏ। ਧੰਨਵਾਦ ਜੀ ਪ੍ਰਭ ਕੀਰਤਨ ਸਿੰਘ ਜੀ ਇਸ ਇਨਪੁਟ ਦੇਣ ਦਾ। ਤੋ ਸਾਧ ਸੰਗਤ ਜੀ ਸਮਾਂ ਕਿਉਂਕਿ ਹੋ ਗਿਆ, ਸਵਾਲ ਤੇ ਸਾਡੇ ਕੋਲ ਬੱਚੇ ਨੇ ਪਰ ਹੁਣ ਖਿਮਾ ਕਰਨਾ, ਉਹ ਆਪਾਂ ਅਗਲੇ ਹਫਤੇ ਲਵਾਂਗੇ। ਤੋ ਵੱਖ-ਵੱਖ ਸਵਾਲਾਂ ਦੇ ਉੱਤਰ ਦਿੰਦਿਆਂ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਪੈਨਲ ਦੇ ਮੈਂਬਰਾਂ ਜਿਹੜੇ ਨੇ ਉਹ ਇਕੱਠੇ ਹੋ ਕੇ ਅਸੀਂ ਰਾਏ ਰਲਾਉਂਦੇ ਹਾਂ ਔਰ ਵੱਖ-ਵੱਖ ਜਿਹੜੀਆਂ ਲਿਖਤਾਂ ਨੇ ਵਿਦਵਾਨ ਨੇ ਉਹਨਾਂ ਕੋਲੋਂ ਕਈ ਵਾਰੀ ਪੁੱਛ ਕੇ ਤੇ ਕਈ ਵਾਰ ਉਹਨਾਂ ਦੀ ਲਿਖਤਾਂ ਪੜ੍ਹ ਕੇ ਜਿਹੜੇ ਤੁਹਾਡੇ ਵੱਲ ਸਵਾਲ ਆਉਂਦੇ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੈਸਟ ਪੋਸੀਬਲ ਜਿਹੜਾ ਉੱਤਰ ਹੈ ਅਸੀਂ ਦੇਈਏ। ਪਰ ਫਿਰ ਵੀ ਕਿਉਂਕਿ ਜਿਸ ਤਰ੍ਹਾਂ ਬਾਣੀਗਾਰ ਬੋਧ ਹੈ, ਇਹ ਜਿਹੜੀਆਂ ਵਿਚਾਰਾਂ ਨੇ ਇਹਨਾਂ ਦਾ ਕੋਈ ਅੰਤ ਨਹੀਂ ਹੈ, ਤੋ ਕੋਈ ਵੀ ਜਿਹੜਾ ਉੱਤਰ ਦਿੱਤਾ ਜਾਂਦਾ ਫਾਈਨਲ ਨਹੀਂ। ਤੁਸੀਂ ਉਹਨੂੰ ਕੋਈ ਵੀ ਇਨਪੁਟ ਦੇ ਸਕਦੇ ਹੋ, ਉਹਨੂੰ ਕਰੈਕਟ ਕਰ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ, ਵੈਲਕਮ। ਤੁਸੀਂ ਉਹਦੇ ਲਈ ਗਰੁੱਪ ਚੈਟ ਵਿੱਚ ਦਿਓ ਜਾਂ ਸਾਨੂੰ ਵੱਖਰੇ ਤੌਰ ਤੇ WhatsApp ਤੇ ਤੁਸੀਂ ਸਾਨੂੰ ਲਿਖੋ, ਤੋ ਅਸੀਂ ਉਹਨੂੰ ਦੁਬਾਰਾ ਵਿਚਾਰ ਕਰਕੇ ਫਿਰ ਅੱਗੇ ਆਵਾਂਗੇ। ਸੰਗਤ ਨੂੰ ਬੇਨਤੀ ਹੈ ਵੀ ਜਦ ਵੀ ਤੁਹਾਡੇ ਜ਼ਿਹਨ ਵਿੱਚ ਕੋਈ ਕੁਐਸਚਨ ਆਉਂਦਾ ਹੈ, ਕਿਰਪਾ ਕਰਕੇ ਤੇ ਉਸੇ ਵੇਲੇ ਸਾਨੂੰ ਲਿਖ ਦਿਆ ਕਰੋ, ਤਾਂ ਜੇ ਜਿਸ ਵੇਲੇ ਸਾਡੇ ਕੋਲ ਤੁਹਾਡਾ ਸਵਾਲ ਆਉਂਦਾ ਨਾ ਤਾਂ ਅਸੀਂ ਸਾਰੇ ਜਿਹੜੇ ਮੈਂਬਰਾਨ ਨੇ ਇਸ ਪੈਨਲ ਦੇ ਅਸੀਂ ਉਹਨਾਂ ਨੂੰ ਵੰਡ ਦੇਣੇ, ਤਾਂ ਜੇ ਆਪੋ ਆਪਣੇ ਉਹ ਵਿਚਾਰ ਕਰਨ ਜਿੰਨਾ ਕਿ ਸਮਾਂ ਬਾਕੀ ਰਹਿ ਗਿਆ ਹੁੰਦਾ। ਤੇ ਸ਼ਨੀਚਰ ਵਾਸਤੇ ਅਸੀਂ ਕਲਾਸ ਤੋਂ ਪਹਿਲਾਂ 45 ਮਿੰਟ ਮਿਲ ਕੇ ਆਪਸ ਵਿੱਚ ਉਹਨਾਂ ਦਾ ਸਮਾਧਾਨ ਕਰਦੇ ਹਾਂ ਵੀ ਕਿਹੜਾ ਬੈਸਟ ਉੱਤਰ ਜਿਹੜਾ ਉਹ ਸੰਗਤ ਨਾਲ ਸਾਂਝਾ ਕਰੀਏ। ਤੋ ਹੋਈਆਂ ਭੁੱਲਾਂ ਦੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਸ ਵਿੱਚ ਖਿਮਾ ਮੰਗਦੇ ਹਾਂ। ਸਾਰੇ ਪੈਨਲ ਦੇ ਜਿਹੜੇ ਮੈਂਬਰਸ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ
ਕਿ ਉਹਨਾਂ ਨੂੰ ਸਵਾਲ ਕਈ ਵਾਰੀ 11th ਆਵਰ ਤੇ ਭੇਜਿਆ ਜਾਂਦਾ ਤਾਂ ਵੀ ਉਹਦਾ ਉੱਤਰ ਜਿਹੜਾ ਉਹ ਬਣਾ ਕੇ ਲਿਆਉਂਦੇ ਨੇ। ਬਹੁਤ ਬਹੁਤ ਮਿਹਰਬਾਨੀ ਹੈ ਜੀ। ਤੋ ਸੰਗਤ ਵਿੱਚ ਸਾਧ ਸੰਗਤ ਜੀ ਇੱਕ ਆਈਡੀ ਹੋਰ ਆ ਰਹੀ ਨਵੀਂ, ਕਸ਼ਮੀਰ ਸਿੰਘ ਕਿਸ਼ਨਪੁਰਾ। ਅਗਰ ਇਹ ਪਹਿਲੀ ਵਾਰੀ ਆਏ ਨੇ ਤੇ ਕਿਰਪਾ ਕਰਕੇ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਕਸ਼ਮੀਰ ਸਿੰਘ ਕਿਸ਼ਨਪੁਰਾ ਇਹ ਆਈਡੀ ਹੈ, ਤਾਂ ਉਹ ਸੰਗਤ ਨਾਲ ਆਪਣੀ ਫਤਿਹ ਸਾਂਝ ਕਰ ਸਕਦੇ ਨੇ। ਕਸ਼ਮੀਰ ਸਿੰਘ ਕਿਸ਼ਨਪੁਰਾ। ਚਲੋ ਇਨ ਦੀ ਮੀਨ ਟਾਈਮ ਇੱਕ ਹੋਰ ਆਈਡੀ ਹੈ, ਤੁਸੀਂ ਫਤਿਹ ਬੁਲਾ ਕੇ ਇਹ ਸੈਸ਼ਨ ਸਮਾਪਤ ਕਰ ਲਓ, ਫਿਰ ਰਿਕਾਰਡਿੰਗ ਦੇ ਵਿੱਚ ਸਾਰਾ ਆ ਜਾਂਦਾ ਹੈ। ਸਵਾਲ ਦੇ ਸੈਸ਼ਨ ਨੂੰ ਸਮਾਪਤ ਕਰਕੇ ਬਾਅਦ ਚ ਲੈ ਲਓ ਇੰਟਰੋਡਕਸ਼ਨ। ਠੀਕ ਹੈ, ਸਵਾਲ ਜਵਾਬ ਦਾ ਸੈਸ਼ਨ ਸਮਾਪਤ ਹੈ ਜੀ। ਤੇ ਹਾਂਜੀ, ਤੇ ਉਹਦੇ ਬਾਰੇ ਜੇ ਕਿਸੇ ਦੀ ਹੋਰ ਇਨਪੁਟ ਹੋਏਗੀ ਕਿਰਪਾ ਕਰਕੇ ਸਾਨੂੰ ਗਰੁੱਪ ਚੈਟ ਵਿੱਚ ਪਾ ਦੇਣਾ ਜਾਂ WhatsApp ਤੇ ਕਰ ਦੇਣਾ। ਤੇ ਜਿਹੜੇ ਇੱਕ ਹੋਰ ਇੱਕ ਆਈਡੀ ਨਵੀਂ ਹੈ SMJ320। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਕੱਲ ਦੇ ਪ੍ਰੋਗਰਾਮ ਦੇ ਵਿੱਚ ਜਪ ਦੀ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਅੱਗੋਂ ਕਰਾਂਗੇ। 2-3 ਦਿਨ ਲਗਾਤਾਰ ਜਪਜੀ ਸਾਹਿਬ ਜੀ ਦੀ ਵਿਚਾਰ ਹੋਏਗੀ। ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਗੁਰਬਾਣੀ ਵਿਆਕਰਨ ਤੇ ਸ਼ਨੀਚਰਵਾਰ ਨੂੰ ਐਤਕੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ, ਉਹਦੇ ਬਾਰੇ ਅਸੀਂ ਵਿਚਾਰ ਕਰਾਂਗੇ। ਕਿਉਂਕਿ ਹਿਸਟਰੀ ਦਾ ਵੀ ਕਦੀ ਸਾਨੂੰ ਨਾਲ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜਿੱਥੇ ਅਸੀਂ ਗੁਰੂ ਸਾਹਿਬਾਨ ਦੀ ਹਿਸਟਰੀ ਦਾ ਜਦੋਂ ਆਉਂਦਾ ਹੈ ਵਿਚਾਰ ਕਰਦੇ ਹਾਂ, ਉੱਥੇ ਜਿਹੜੀ ਇਤਿਹਾਸਿਕ ਸਾਕੇ ਹੋਏ ਹਨ ਉਹਨਾਂ ਦੀ ਵੀ ਆਪਣੀ ਮਹਾਨਤਾ ਹੈ। ਉਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਸ਼ਨੀਚਰਵਾਰ ਦੀ ਕਲਾਸ ਦੇ ਵਿੱਚ। ਇਹ ਨਨਕਾਣਾ ਸਾਹਿਬ ਦਾ ਜੋ ਸ਼ਹੀਦੀ ਸਾਕਾ ਹੈ ਉਹਦੇ ਬਾਰੇ ਵਿਚਾਰ ਕਰਾਂਗੇ। ਨੈਕਸਟ ਕਲਾਸ ਉਹਨੇ ਈਸਟਰਨ ਟਾਈਮ 10 ਵਜੇ, ਭਾਰਤੀ ਟਾਈਮ 8:30 ਵਜੇ। ਅੱਜ ਉਹਦੇ ਅਸੀਂ ਫਿਲਾਸਫੀ ਦੀ ਵਿਚਾਰ ਕਰਨੀ ਹੈ, ਜਿਹਦੇ 'ਚ ਐਕਚੁਅਲੀ ਆਪਾਂ ਪਛਾਣਨ ਦੀ ਗੱਲ ਹੈ, ਜਿਹੜਾ ਅਸੀਂ ਆਪਣੇ ਆਪ ਦੀ ਪਰਖ ਕਰਨ ਦੀ ਗੱਲ ਹੈ, ਪਾਰਖੂ ਬਣਨ ਦੀ ਗੱਲ ਹੈ। ਤਾਂ ਉਹ ਵਿਚਾਰਾਂ ਹੁਣੇ ਅਸੀਂ ਸ਼ੁਰੂ ਕਰਾਂਗੇ। ਉੱਥੇ ਅਰਦਾਸ ਦੀ ਸੇਵਾ ਹੈ, ਉਸ ਤੋਂ ਅੱਜ ਵਿਸ਼ਾ ਨਿਭਾਉਣ ਦੀ। ਉਹ ਅਸੀਂ ਬੇਨਤੀ ਕਰਦੇ ਹਾਂ ਕਿ ਉਹਦੇ 'ਚ ਵੀ ਸ਼ਾਮਿਲ ਹੋਵੇ। ਕੱਲ੍ਹ ਉੱਥੇ ਗੋੜੀ 52 ਅੱਖਰੀ, ਜੋ ਗੋੜੀ ਰਾਗ ਦੇ ਵਿੱਚ 52 ਅੱਖਰੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ, ਮੰਗਲਵਾਰ ਤੇ ਬੁੱਧਵਾਰ ਉਹਦੀ ਲੜੀਵਾਰ ਵਿਚਾਰ ਹੋਏਗੀ। ਵੀਰਵਾਰ ਨੂੰ ਵੀਰ ਚਰਨਜੀਤ ਸਿੰਘ ਜੀ ਇਤਿਹਾਸਕ ਜਾਂ ਫਿਲਾਸਫੀ ਦੀ ਵਿਚਾਰ ਕਰਦੇ ਹਨ। ਸ਼ੁੱਕਰਵਾਰ ਸਾਹਿਬ ਗੁਰਦੀਪ ਸਿੰਘ ਜੀ ਸ਼ਬਦ ਦੀ ਵਿਚਾਰ ਕਰਦੇ ਨੇ। ਸ਼ਨੀਚਰਵਾਰ ਤੇ ਐਤਵਾਰ ਸ਼ਲੋਕ ਸਹਿਸਕ੍ਰਿਤੀ ਦੀ ਵਿਚਾਰ ਲੜੀਵਾਰ ਜਿਹੜੀ ਹੈ ਉੱਥੇ ਚੱਲ ਰਹੀ ਹੈ। ਆਪ ਜੀ ਨੂੰ ਬੇਨਤੀ ਹੈ ਉਹਦੇ 'ਚ ਵੀ ਸ਼ਾਮਲ ਹੋ। ਅੱਜ ਦੇ ਹੁਣ ਜੋ ਸਵਾਲ ਹਨ ਕਿਰਪਾ ਕਰਕੇ MP ਸਿੰਘ ਜੀ ਤੁਸੀਂ ਲੈ ਸਕਦੇ ਹੋ। ਸੁਖਦੇਵ ਕੌਰ